ਕਹਿੰਦੇ ਓਕੇ ਸਾਡੇ ਕੋਲ ਹਰਮੰਦਰ ਸਾਹਿਬ ਵੀ ਹੈਗਾ ਜਿੱਦਾਂ ਮੀਰੀ ਤੇ ਪੀੜੀ ਤੇ ਅਕਾਲ ਤਖਤ ਵੀ ਹੈਗਾ ਜਿਹੜੇ ਸਾਡੇ 6ਵੇਂ ਪਾਤਸ਼ਾਹ ਨੇ ਥਾਪਿਆ ਸੀ ਤੇ ਜੇ ਤੁਸੀਂ ਕਹੇ ਅਸੀਂ ਉੱਥੇ ਵੀ ਜਾ ਸਕਦੇ ਉਹ ਵੀ ਕਿਤੇ ਕਿਤੇ ਲੱਗਦਾ ਤੁਹਾਨੂੰ ਉਹ ਥਾਂ ਵੀ ਨਹੀਂ ਮਿਲਦਾ ਕਰਕੇ ਪਹਿਲਾਂ ਤਾਂ ਦੇਖੋ ਅਟੈਕ ਉੱਥੇ ਕੀਤਾ ਸੀ 84 ਤੇ ਕੋਈ ਇਨਸਾਫ ਨਹੀਂ ਮਿਲਿਆ ਤੇ ਨਾਲੇ ਹੁਣ ਵੀ ਦੇਖੋ ਜਿੱਦਾਂ ਉੱਦਾਂ ਵੀ ਜੇ ਅਸੀਂ ਪੋਲੀਟਿਕਸ ਦੀ ਗੱਲ ਵੀ ਕਰਦੇ ਜੇ ਅਸੀਂ ਅੱਜ ਹੁਣ ਮੀਡੀਆ ਦੀ ਗੱਲ ਕਰਦੇ ਆ ਬਾਦਲ ਨੂੰ ਸਾਨੂੰ ਪ੍ਰਾਈਜ਼ ਦੇਣ ਲੱਗੇ ਆ ਪੰਥ ਰਤਨ ਸੋ ਉਹਦਾ ਹੀ ਮੈਂ ਗੱਲ ਕਰਦਾ ਹਾਂਜੀ ਸੋ ਮੈਂ ਸੋਚਦਾ ਆ ਬਈ ਸਾਡੇ ਕੋਲ ਕੋਈ ਥਾਂ ਨਹੀਂ ਹੈਗਾ ਜਿੱਥੇ ਅਸੀਂ ਕਹਿ ਸਕਦੇ ਆ ਬਈ ਜੇ ਮੈਂ ਕੋਈ ਮੁਲਕ 'ਚ ਰਹਿਣਾ ਤੇ ਮੇਰਾ ਮੁਲਕ ਆ ਤੇ ਜਿਹੜੇ ਬੰਦੇ ਮੇਰੇ ਤੇ ਰਾਜ ਕਰੂਗੇ ਉਹ ਗੁਰੂ ਦੇ ਖਾਲਸੇ ਹੋਊਗੇ ਕੋਈ ਥਾਂ ਨਹੀਂ ਹੈ ਜੀ what we're saying is to be masters of your own land and masters to decide your own destiny ਬਸ that's the right that is right ਹਾਂਜੀ ਤੇ ਮੇਰਾ ਕੁਐਸਚਨ ਸੀ ਕਿ ਤੁਸੀਂ ਹੁਣ ਆਪ ਤੇ ਇਹ ਤਾਂ ਸੋਚ ਲਿਆ ਜਿਹੜੇ ਲੋਕ ਆ ਹਾਂਜੀ ਬਹੁਤੇ ਲੋਕ ਇਦਾਂ ਸੋਚਦੇ ਆ ਵੀ ਜਿਹੜਾ ਖਾਲਿਸਤਾਨ ਆ ਉਹ ਸ਼ਾਇਦ ਉਹਨਾਂ ਲੋਕਾਂ ਦਾ ਬਣਨਾ ਜਿੱਥੇ ਸਿਰਫ ਖਾਲਸੇ ਹੀ ਰਹਿ ਸਕਣੇ ਆ ਹਨਾ ਹਾਂਜੀ ਹਾਂਜੀ ਤੇ ਕੀ ਸਾਡਾ ਜਿਹੜਾ ਤੁਸੀਂ ਸੋਚਦੇ ਤੁਸੀਂ ਕਿੱਦਾਂ ਸੋਚਦੇ ਜਿਹੜਾ ਦੇਸ਼ ਬਣੂਗਾ ਉਹਦੇ ਚ ਕੌਣ ਕੌਣ ਰਹਿ ਸਕਦੇ ਆ ਕਿੱਦਾਂ ਰਹਿ ਸਕਦੇ ਇਹ ਤਾਂ ਬਹੁਤ ਵਧੀਆ ਸਵਾਲ ਆ ਜੀ ਦੇਖੋ ਜਦੋਂ ਅਸੀਂ ਹਰ ਦਿਨ ਜਦੋਂ ਅਸੀਂ ਅਰਦਾਸ ਕਰਦੇ ਆ ਅਸੀਂ ਸਰਬਤ ਦਾ ਭਲਾ ਮੰਗਦੇ ਆ ਸਿੱਖਾਂ ਦਾ ਭਲਾ ਥੋੜਾ ਮੰਗਦੇ ਸੋ ਅਸੀਂ ਇਹ ਗੱਲ ਤਾਂ ਬਹੁਤ ਦੂਰ ਲੈ ਗਏ ਆ ਕਰਕੇ ਜੇ ਤੁਸੀਂ ਦੇਖਿਆ ਜਾਵੇ ਜੇ ਸੱਚ ਦੇਖਿਆ ਜਾਵੇ ਅਸੀਂ ਸਾਰਿਆਂ ਦਾ ਭਲਾ ਕਰਦੇ ਆ ਅਸੀਂ ਚੈਰਿਟੀ ਦੇ ਵਿੱਚ ਦਾਨ ਪਾਉਂਦੇ ਆ ਜਿੱਦਾਂ ਹੁਣ ਖਾਲਸਾ ਏਡ ਆ ਕਿੰਨੇ ਜੱਥਾਬੰਦੀ ਆ ਅਸੀਂ ਬਹੁਤ ਸੇਵਾ ਕਰਦੇ ਆ ਜੇ ਤੁਸੀਂ ਦੇਖੋ ਜੇ ਕੋਈ ਵੀ ਚੈਰਿਟੀ ਹੁੰਦੀ ਨਾ ਸਿੱਖ ਜਿੱਦਾਂ ਕਹਿੰਦੇ ਨਾ ਖੁੱਲੇ ਦਿਲ ਵੱਡੇ ਦਿਲ ਵਾਲੇ ਹੁੰਦੇ ਉਹ ਬਹੁਤ ਦਾਨ ਪਾਉਂਦੇ ਆ ਉਦਾਂ ਜਦੋਂ ਅਸੀਂ ਆਪਣੀ ਕੌਮ ਦੇ ਮਸਲੇ ਹੁੰਦੇ ਨਾ ਜਦੋਂ ਆਪਣੇ ਕੌਮ ਦੇ ਸ਼ਹੀਦ ਹੁੰਦੇ ਆ ਜੇ ਸੱਚ ਦੱਸੇ ਉਹ ਪਿੱਛੇ ਰਹਿ ਜਾਂਦੇ ਆ ਕਰਕੇ ਅਸੀਂ ਸੋਚਦੇ ਆ ਜੇ ਅਸੀਂ ਆਪਣੀ ਕੌਮ ਦਾ ਭਲਾ ਕਰੀਏ ਜੇ ਅਸੀਂ ਆਪਣੇ ਸ਼ਹੀਦਾਂ ਪਰਿਵਾਰਾਂ ਦਾ ਭਲਾ ਕਰੀਏ ਉਹ ਫਿਰ ਅਸੀਂ ਘੱਟ ਕਰਦੇ ਆ ਸੋ ਰੀਅਲੀ ਜੇ ਤੁਸੀਂ ਹਿਸਟਰੀ ਦੇਖੋ ਜੇ ਤੁਸੀਂ ਦੇਖੋ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਆ ਜਿੱਦਾਂ ਹੁਣ ਗੁਰੂ ਤੇਗ ਬਹਾਦਰ ਜੀ ਨੇ ਜਿੱਦਾਂ ਹੁਣ ਸ਼ਹੀਦੀ ਪਾਈ ਸੀ ਹੋਰ ਧਰਮ ਲਈ ਫਿਰ ਹੋਰ ਕੀ ਪ੍ਰੂਫ ਚਾਹੀਦੀ ਆ ਤੇ ਮਹਾਰਾਜਾ ਰਣਜੀਤ ਸਿੰਘ ਉਹ ਤਾਂ ਸੋਨਾ ਪਾਉਂਦਾ ਹੁੰਦਾ ਸੀ ਮੰਦਰਾਂ ਤੇ ਉਹਨਾਂ ਦੇ ਛੱਤਾਂ ਤੇ ਸੋਨਾ ਪਾਉਂਦਾ ਮਤਲਬ ਉਹ ਰਾਜ ਦੀ ਗੱਲ ਕਰਦੇ ਹਾਂਜੀ ਸੋ ਜਿਹੜਾ ਖਾਲਸਾ ਰਾਜ ਨਾ ਸੀਗਾ ਉਹ ਤਾਂ ਜਿਹੜੇ ਵੀ ਉੱਥੇ ਰਹਿੰਦੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੂਗੀ ਕਰਕੇ ਜੇ ਤੁਸੀਂ ਦੇਖੇ ਜਾਵੇ ਨਾ ਸਾਰੇ ਧਰਮ ਦੀ ਰਾਖੀ ਉੱਥੇ ਹੋਣੀ ਆ ਸੋ ਇਹ ਆਪੇ ਹੀ ਤੁਸੀਂ ਆਪ ਦੇਖ ਲਓ ਬਈ ਹਿਸਟਰੀ ਦੇਖੋ ਕਿੰਨੀ ਪ੍ਰੋਟੈਕਸ਼ਨ ਮਿਲੀ ਸੀ ਦੂਜੇ ਧਰਮਾਂ ਨੂੰ ਜਦੋਂ ਖਾਲਸਾ ਰਾਜ ਜੀਤ ਸਿੰਘ ਜੀ ਹੁਣ ਆਪਾਂ ਅਸਲੀ ਮਸਲੇ ਵੱਲ ਆਉਣੇ ਜਿੱਦਾਂ ਤੁਸੀਂ ਸਿੱਖ ਚੈਨਲ ਤੇ ਤੁਹਾਡੀ ਸਕਰੋਲ ਵੀ ਆ ਰਹੀ ਹੈ ਇੰਟਰਨੈਸ਼ਨਲ ਪੰਥਕ ਦਲ ਦੀ ਤੇ ਜਿਹੜੀ ਬਾਕੀ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਵੀ ਹਾਂਜੀ ਆਲਮ ਯਾਰ ਨੂੰ ਜਿਹੜੀ ਟਿਕਟ ਨਹੀਂ ਮਿਲਣੀ ਚਾਹੀਦੀ ਤੇ ਇੰਟਰਨੈਸ਼ਨਲ ਪੰਥਕ ਦਲ ਨੇ ਕਿਹੜਾ ਰੋਲ ਕੀਤਾ ਵੀ ਜਾਂ ਕਿਵੇਂ ਇਹ ਉਹ ਟਿਕਟ ਨੂੰ ਮਤਲਬ ਜਿਹੜੀ ਉਹਨੂੰ ਟਿਕਟ ਨਾ ਮਿਲੇ ਕੀ ਇਹਨਾਂ ਦਾ ਪ੍ਰੋਜੈਕਟ ਕੀ ਆ ਕਿੱਦਾਂ ਉਹਨਾਂ ਨੂੰ ਰੋਕਣਾ ਹੈ ਦੇਖੋ ਜੀ ਜਿਹੜੇ ਵੀ ਜੇ ਤੁਸੀਂ ਕੋਈ ਚੀਜ਼ ਹਾਸਲ ਕਰਨੀ ਹੈ ਹਾਂਜੀ ਜਿੱਤ ਕਰਨੀ ਹੈ ਨਾ ਹਾਂਜੀ ਪ੍ਰੋਸੀਜਰ ਹੁੰਦਾ ਆ ਠੀਕ ਹੈ ਹਨਾ ਐਂਡ ਤੇ ਅਸੀਂ ਵੀ ਇਹ ਸੋਚਿਆ ਕਿ ਅਸੀਂ ਕਰੀਏ ਕੀ ਜੇ ਤੁਸੀਂ ਅੰਗਰੇਜ਼ੀ 'ਚ ਗੱਲ ਕਰਨੀ ਚਾਹੁੰਦੇ ਕਰ ਸਕਦੇ that's fine okay what we also say what can we do there are plenty of people groups who are making noise Alam's done this he's done that etc and let me first of all give you a little bit of background on this guy Muhammad Izhar Alam from 85 to about 87 88 he was a SSP senior superintendent of police in the Jalandhar area in 1986 the Sikh students or Sikh Student Federation they're having a peaceful rally and without warning live rounds were fired uthe 4 Sikh shaheed ho gaye ek hospital dakhil ho gaya and akhir ch ਉਹ ਵੀ ਸ਼ਹੀਦੀ ਹੋਣੇ ਵਾਲੀ now what Alam did is he gathered his policemen got those 4 Singhs who were shaheed and he burnt them alive didn't bother giving back the bodies to the families Sarjeet Singh Barnala who was the chief minister at the time of Punjab found out about this incident found out there were casualties rang Alam and said give the dead bodies back he said it's too late they've already been burnt they weren't cremated they were burnt Kuldeep Singh Wadala ਜਿਹਨਾਂ ਨੂੰ ਸਿਆਸਤ ਬਾਰੇ ਕੁਝ ਪਤਾ ਹੈ ਹਨਾ obviously he was the MLA at that time he rang up and again Alam said it's too late ਉਹਦੀ ਬਦਲੀ ਹੋਈ he went to Amritsar same position and he carried out atrocities on human rights again and again now this has just recently come to light through WikiLeaks now
him being a human rights violator, a murderer, and now him wanting to contest Punjab Assembly elections next year under a Sikh party, namely Shromani Akali Dal, just beggars belief. So with our people in Punjab, we approached them. They went to Akal Takht. ਉੱਥੇ ਜਥੇਦਾਰ ਨੇ ਪੰਜ ਸਿੰਘਾਂ ਨੇ ਇਹੀ ਕਿਹਾ ਕਿ ਸਾਨੂੰ ਇਹਦੇ ਬਾਰੇ ਪਤਾ ਆ, but no one has brought anything to us on an organized level. We can't give anything to the authorities who can possibly deny this person a ticket for election. They've advised us to go back, here, in Europe, around the world, give a message to everybody about Alam, what he's doing, and this is how you should approach it. Petitions, letters from Guru Gar, letters from organizations, send them recorded delivery direct to Akal Takht Jathedar. He can then produce something to the people who can make a change on the political level. ਕਿ ਆਲੇ ਫੜੋ, ਤੁਸੀਂ ਹੁਣ ਸਿੱਖਾਂ ਨੂੰ ਰੱਖਣਾ ਆ ਜਾਂ ਤੋਂ ਆਲਮ ਨੂੰ ਰੱਖਣਾ ਆ. Right? So what we've done, we've started a campaign. A petition has been set for the last 3 weeks online, www.panthakdal.com. Go on there. The home page has a photo of Alam. Click on it. Read his history. There'll be an online petition there. If you want to do something yourself, you can also click on a link which you can then print the petitions. Go to Guru Gar, get them signed from the Sangat. We did this in Leicester last week. We're doing it right now as we're speaking at different Guru Gar in Leicester. And by December the 15th, we want all the petitions together. If you don't know where to send them to, email us on info@panthakdal.com. If you know myself, Jagdeep Singh, Harpreet Singh, Raghuveer Singh, Kuldeep Singh, ring them. And this campaign has been going now for the last 3 weeks. So International Panthak Dal is doing something to stop this guy from getting a ticket. If we stop him, he will not fight for elections. If he does fight for elections, Sardain Oksania, a murderer who's committed so many atrocities from 1985 up until at least 1993, will be running Punjab. He will be part of an assembly which makes laws for the Punjab people. And so this isn't just about Sikhs. This is for the people of Punjab. This is the people of Punjab. And I think that's the key word here. That's the key word. ਜਿਵੇਂ ਮੇਰਾ ਖਿਆਲ ਤੁਸੀਂ ਜ਼ਿਕਰ ਕੀਤਾ ਉਹਦੀ ਹੁਣ ਤਾਂ ਰਿਟਾਇਰ ਆ, ਇਹਨੇ ਇੱਕ ਆਲਮ ਸੈਨਾ ਵੀ ਬਣਾਈ ਹੋਈ ਸੀਗੀ. ਬਿਲਕੁਲ. ਤੇ ਜਿਹੜੀ ਜਿੱਦਾਂ ਸਿੱਖਾਂ ਦੇ ਘਰ ਜਾ ਕੇ ਖਾੜਕੂ ਬਣ ਕੇ ਜਾਂ ਉਹਨਾਂ ਦੇ ਘਰ ਜਾ ਕੇ ਪਹਿਲਾਂ ਰੋਟੀ ਪਾਣੀ ਛਕਦੇ ਸੀ, ਫਿਰ ਬਾਅਦ ਦੇ ਬਾਅਦ ਆ ਕੇ ਕਤਲ ਕਰਦੇ ਸੀ ਕਿ ਤੁਸੀਂ ਖਾੜਕੂ ਨੂੰ ਪਨਾਹ ਦਿੱਤੀ. ਜੀ ਜੀ. ਤੇ ਇਸ ਕਰਕੇ ਉਹਨੂੰ ਜ਼ੁਲਮ ਬਹੁਤ ਕੀਤੇ ਆ, ਹੋਰ ਵੀ ਬਹੁਤ ਜ਼ਾਲਮ ਆ. ਤੇ ਚਲੋ ਉਹ ਤਾਂ ਸਾਰੀਆਂ ਜਥੇਬੰਦੀਆਂ, ਜਿਵੇਂ ਤੁਸੀਂ ਬਹੁਤ ਪੋਜ਼ੀਟਿਵ ਗੱਲ ਕੀਤੀ ਆ ਕਿ ਬਾਈ ਪ੍ਰੈਕਟੀਕਲ ਫਿਰ ਤੁਸੀਂ ਇਹ ਜਿਹੜੀ ਕੰਪੇਨ ਸ਼ੁਰੂ ਕੀਤੀ ਆ, ਤੇ ਬਹੁਤ ਚੰਗੀ ਗੱਲ ਹੈ. ਤੁਸੀਂ ਜਿੱਦਾਂ ਕਲੀਅਰ ਵੀ ਕੀਤਾ ਕਿ ਹਾਂ ਤੁਸੀਂ ਇੱਦਾਂ ਦਾ ਕਰੋ ਕਿ ਤੁਹਾਡਾ ਹੁਣ ਜਿਹੜਾ ਇੰਗਲੈਂਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚੋਂ ਇਹ ਪਟੀਸ਼ਨ ਹੋਈ ਆ ਜਾਂ ਵਰਲਡ ਵਾਈਡ ਵੀ ਪਟੀਸ਼ਨ ਦੇ ਵਿੱਚ ਤੁਹਾਨੂੰ ਇਹ ਸਹਿਯੋਗ ਮਿਲਿਆ? We've emailed Sikh groups and organizations worldwide. It was easy to do because the petition is online. And we've liaised with many Gurdwara and, like I said, organizations abroad as well. And when we go out and ask the Sangat to sign the petitions, they're taking away copies. They are distributing it amongst their families. And if they have a link with an organization, they want to take that petition and give it to their organization. We've even had people taking the form from us and taking it to their place of work, you know. So it isn't just about Sikhs or the Sikh nation signing it, it's anybody, because this person is a human rights violator, and human is everybody, you know. And he didn't care je tusi Sikh hain ja Hindu hain ja Musliman hain, if you were in his way, he would destroy you.
ਹਨਾ ਸੋ ਤੁਸੀਂ ਇਸ ਜਾਨੀ ਵਿਅਕਤੀਗਤ ਤੌਰ ਤੇ ਨਹੀਂ ਵਿਰੋਧ ਕਰ ਰਹੇ ਵੀ ਉਹਨੂੰ ਟਿਕਟ ਮਿਲੇ ਜਾਂ ਨਾ ਮਿਲੇ ਇਸ ਕਰਕੇ ਕਰ ਰਹੇ ਕਿ ਉਹ ਜ਼ਾਲਮ ਆ ਸਾਡਾ ਇਹ ਨਹੀਂਗਾ ਕਿ ਉਹ ਮੁਸਲਮਾਨ ਆ ਜਾਂ ਉਹ ਸਿੱਖ ਆ ਜਾਂ ਇਦਾਂ We don't have a problem with any faith. We have a problem with tyranny and the tyrant. And so that is who our fight is against through a democratic way. ਤੇ ਜਿਵੇਂ ਸੰਤ ਸਮਾਜ ਨੇ ਬਾਦਲ ਦੇ ਨਾਲ ਅਲਾਈਅੰਸ ਕੀਤੀ ਆ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੀ ਤੁਸੀਂ ਤਾਂ ਅਲਾਈਅੰਸ ਕੀਤੀ ਆ ਤੁਸੀਂ ਕੁਝ ਕਰਦੇ ਨਹੀਂਗੇ ਇਹਦੇ ਬਾਰੇ ਕੀ ਕਹੋਗੇ Alliances happen around the world. Alliances has happened in Ireland. Okay. Martin McGuinness, everyone knows what he did back in the 1970s. And he and his party, the well-oiled political machinery called the Sinn Féin, they formed an alliance and they sat on the same stage as Reverend Paisley. He's a unionist. Totally opposite. Now, just because you form an alliance, it doesn't mean that you are speaking on the same level. What you're doing is, like I said earlier, is you're giving something to the people of that nation. And so if alliances occur, it's for the betterment of those people. And alliances do not necessarily have to have the same ideology. I know Martin McGuinness certainly doesn't have the same ideology as Reverend Paisley, Ian Paisley. And I know Ian Paisley didn't have the same ideology as Martin McGuinness. And you don't need to look too far with regards to alliances. Right now in Britain, the Conservatives and the Liberals. Yeah? Now, when the Liberals and the Conservatives formed their alliance, the Liberal Democratic Party membership fell because the people didn't understand why this was going ahead. And we all understand that if you have an alliance, the Liberal Democrats will have at least 5 policies which they want to get put through in 5 years, and the Conservatives will have at least 10 policies which they want to put through in 5 years. They both know if we can work together, if I have 5 policies to put forward, I know 2 will get put forward. At least they will produce something in the end. And with regards to politics, a lot of things happen behind closed doors. And it's about waiting. It's the waiting game. You have to be patient. The Sikh Nation and others, we always jump to conclusions. And so, you have to wait and you have to see the result in the end. That's all I've got to say regards to that. ਇਹ ਤਾਂ ਹੋ ਗਿਆ ਆਪਣੇ ਹਰਪ੍ਰੀਤ ਸਿੰਘ ਜੀ ਆਲਮ ਬਾਰੇ ਜੋ ਗੱਲਬਾਤ ਹੈ ਇਹ ਜਿਹੜੇ ਆਈਪੀਡੀ ਦੇ ਫਿਊਚਰ ਪਲਾਨ ਮਤਲਬ ਜਿਹੜੇ ਲੋਕਾਂ ਨੂੰ ਮੈਂ ਕੁਲਦੀਪ ਸਿੰਘ ਨੂੰ ਵੀ ਸਵਾਲ ਕੀਤਾ ਸੀਗਾ ਵੀ ਜਿਵੇਂ ਐਗਜ਼ਾਮਪਲ ਮੈਂ ਦਿੰਨਾ ਬਈ ਮੇਰੀ ਜ਼ਮੀਨ ਹੈ ਪੰਜਾਬ ਦੇ ਵਿੱਚ ਉਹ ਕੋਈ ਦੱਬ ਲੈਂਦਾ ਤੇ ਮੈਂ ਉਹ ਆਪਣਾ ਕੇਸ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਂ ਮਤਲਬ ਭਾਵੇਂ ਕੋਈ ਹੋਵੇ ਮੈਂ ਉਹ ਜ਼ਮੀਨ ਲਈ ਲੜਦਾ ਹਾਂ ਪਰ ਸਿੱਖਾਂ ਨੂੰ ਮੈਨੂੰ ਇੱਦਾਂ ਲੱਗਦਾ ਵੀ ਸਿੱਖਾਂ ਨੂੰ ਇਹ ਹੀ ਨਹੀਂ ਹਾਲੇ ਤਾਈਂ ਆਪਾਂ ਅਵੇਅਰਨੈਸ ਲਿਆ ਸਕੇ ਵੀ ਜਿੱਦਾਂ ਖਾਲਿਸਤਾਨ ਉਹਨਾਂ ਨੂੰ ਇੱਕ ਹਊਆ ਲੱਗਦਾ ਵੀ ਅਸੀਂ ਇਹ ਨਹੀਂ ਦੱਸ ਸਕੇ ਕਿ ਸਾਡੀ ਜ਼ਮੀਨ ਸਾਡਾ ਰਾਜ ਸਾਡਾ ਘਰ ਸੀਗਾ ਤੇ ਇਹਦੇ ਲਈ ਆਈਪੀਡੀ ਕਿੱਦਾਂ ਇਹਨਾਂ ਨੂੰ ਅਵੇਅਰ ਕਰੂਗੀ You see, this is what I was going to mention earlier with regards to the land, for example. I spoke to somebody recently, Okay. For the last 10 years, for example, when we speak about just human rights of people, okay. I'm a Sikh, so I'm going to speak on behalf of Sikhs, for example. I was just talking about, for example, how Punjab has been under occupancy. We were once masters of our own land, right? Now, for the last 10 years, I've been told, look, your ideas are a bit too extreme. But recently, when somebody's situation came forward with the same person, they said, well, a certain amount of land, acres of land in Punjab is under somebody else's occupancy. Now they're taken over. And the words that they used, I won't mention here, but they said that we are willing to do whatever it takes to regain our so many acres of land. And I said, now do you understand what I've been talking about for the last 10 years when 9 out of 10 gurus came from Punjab, the 9 out of 10, 9 out of 10 ਗੁਰੂਆਂ ਨੇ ਪੰਜਾਬ ਦੀ ਧਰਤੀ ਤੋਂ and they say ਕਿ ਪੰਜਾਬ ਜਿਉਂਦਾ ਗੁਰਾਂ ਤੇ ਨਾਂ ਤੇ this is what I've heard. What I'm talking about is the struggle for what IPD are doing is a struggle for Sikh nation, for the Sikhs, struggle for Sikhs and struggle for Punjab, the independence. I'm talking about the total independence. Country. Yes, as a nation, why not? If research
anybody can research. There are very, very literate people, both the Damag